अगला एक होर सवाल जिहड़ा बड़ा अहम है और ये सवाल आया डॉक्टर कृपाल सिंह जी वालों। उन्होंने कहा भी हरेक तख्त ਜਿਹੜੇ ਸਾਹਿਬਾਨ ने, क्योंकि ਸਾਡੇ ਇਸ ਵੇਲੇ 5 ਤਖਤ ਨੇ ਜੀ। 4 ਤਖਤ ਪਹਿਲਾਂ ਸਨ, 5ਵਾਂ ਤਖਤ ਜਿਹੜਾ ਉਹ 20ਵੀਂ ਸਦੀ ਦੇ ਵਿੱਚ ਸਿੱਖ ਪੰਥ ਨੇ ਉਹਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਜਿਹੜੀ ਹੈ ਉਹਨੂੰ ਵੀ ਤਖਤ ਦਾ ਦਰਜਾ ਜਿਹੜਾ ਦਿੱਤਾ। ਤੋ ਇਸ ਤਰ੍ਹਾਂ 5 ਤਖਤ ਜਿਹੜੇ ਨੇ ਉਹ ਪੰਜੇ ਦੇ ਪੰਜੇ ਭਾਰਤ ਵਿੱਚ ਮੌਜੂਦ ਨੇ, ਵੱਖ-ਵੱਖ ਇਲਾਕਿਆਂ ਵਿੱਚ, ਜਿਨ੍ਹਾਂ ਵਿੱਚੋਂ 3 ਤਾਂ ਕੇਵਲ ਪੰਜਾਬ 'ਚ ਹੀ ਨੇ। ਤਾਂ ਉਹਨਾਂ ਨੂੰ ਵੀਰ ਜੀ ਦਾ ਸਵਾਲ ਇਹ ਹੈ ਡਾਕਟਰ ਸਾਹਿਬ ਦਾ ਕਿ ਇਹ ਜਿਹੜੇ ਤਖਤ ਨੇ ਇਹਨਾਂ ਦਾ ਇੱਕ ਖੇਤਰੀ ਜਿਓਗ੍ਰਾਫੀਕਲ ਕੰਟਰੋਲ ਹੈ ਤੇ ਇਸ ਕਰਕੇ ਜੇ ਰੀਜਨਲ ਇਸ਼ੂਜ਼ ਨੂੰ ਸੈਟਲ ਕਰਨ ਲਈ ਤਖਤ ਬਣੇ ਨੇ ਤਾਂ ਫਿਰ ਇਹ ਜਿਹੜੇ ਅਸੀਂ ਲੋਕ ਆਊਟ ਆਫ ਇੰਡੀਆ ਰਹਿੰਦੇ ਆ ਦੂਸਰੀਆਂ ਕੰਟਰੀਜ਼, ਉਹਨਾਂ ਬਾਰੇ ਵੀ ਤਖਤ ਕੋਈ ਹੋਣਾ ਚਾਹੀਦਾ ਜਾਂ ਨਹੀਂ, ਇਹਦੇ ਬਾਰੇ ਆਪਸ ਵਿਚਾਰ ਵਟਾਂਦਰਾ ਵੀ ਹੋਇਆ ਪੈਨਲ ਦਾ ਤੇ ਇਹਦੇ ਬਾਰੇ ਸਾਨੂੰ ਡਿਟੇਲ ਜਿਹੜਾ ਉੱਤਰ ਹੈ ਉਹ ਵੀਰ ਤੇਜਿੰਦਰ ਸਿੰਘ ਜੀ ਦੇਣਗੇ ਵੀ ਆਇਆ ਤਖਤਾਂ ਦਾ ਕੋਈ ਰੀਜਨਲ ਕੰਟਰੋਲ ਹੈ ਜਾਂ ਇਹਨਾਂ ਦੀ ਕੀ ਮਹੱਤਤਾ ਹੈ। ਵੀਰ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਸੀਂ ਸਮਝਦੇ ਹਾਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਾਡੇ ਤੇ ਅਪਾਰ ਕਿਰਪਾ ਕਰਕੇ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਹਨ ਉਹ ਬਖਸ਼ਿਸ਼ ਕੀਤੇ ਹਨ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਬੈਠ ਕਰਕੇ ਉਹਨਾਂ ਨੇ ਜੋ ਸਿੱਖਾਂ ਦੇ ਜੋ ਰਿਲੀਜੀਓ ਪੋਲੀਟੀਕਲ ਇਸ਼ੂਜ਼ ਹੁੰਦੇ ਸਨ ਉਸ ਸਮੇਂ ਦੇ ਅੰਦਰ ਉਹਨਾਂ ਦੀ ਸਾਨੂੰ ਸੁਚੱਜੀ ਅਗਵਾਈ ਜਿਹੜੀ ਦੇ ਦਿੱਤੀ ਔਰ ਇਹ ਅਕਾਲ ਦਾ ਤਖਤ ਕਹਿ ਕੇ ਇਸ ਨੂੰ ਦੱਸਿਆ ਗਿਆ ਸਾਨੂੰ ਕਿ ਇਹ ਅਕਾਲ ਸਦੀਵੀ ਤਖਤ ਹੈ, ਹਮੇਸ਼ਾ ਵਾਸਤੇ ਹੈ ਔਰ ਹਮੇਸ਼ਾ ਹੀ ਸਿੱਖਾਂ ਦੀ ਇਹ ਅਗਵਾਈ ਕਰਦਾ ਰਹੇਗਾ। ਔਰ ਇਸ ਤਖਤ ਦੇ ਬਾਅਦ ਵਿੱਚ ਜਿਹੜੇ ਹਨ ਉਹ ਜਥੇਦਾਰ ਵੀ ਜਿਹੜੇ ਹਨ ਉਹ ਨਿਯੁਕਤ ਹੋਏ ਹਨ। ਜਿੱਥੇ ਤੱਕ ਬਾਕੀ ਜਿਹੜੇ ਤਖਤ ਹਨ, ਜਿਹੜੇ 3 ਤਖਤ ਪੰਜਾਬ ਦੇ ਵਿੱਚ ਹਨ, ਇਹਨਾਂ ਦੇ ਬਾਰੇ ਸ਼ਾਇਦ ਇੱਕ ਸਵਾਲ ਆਲਰੇਡੀ ਅਸੀਂ ਆਨਸਰ ਕਰ ਚੁੱਕੇ ਹਾਂ ਕਿ ਕਿਹੜੇ ਤਖਤ ਜਿਹੜੇ ਹਨ ਕਿਸ ਵੇਲੇ ਜਿਹੜੇ ਹਨ ਉਹ ਸਥਾਪਿਤ ਹੋਏ ਹਨ। ਤੇ ਜੋ ਉੱਥੇ ਹੁਣ ਤਖਤਾਂ ਦਾ ਮਤਲਬ ਇਹ ਹੈ ਕਿ ਸਿੱਖ ਸੰਗਤਾਂ ਜਿਹੜੀਆਂ ਹਨ ਉਹਨਾਂ ਜਿਹੜੇ ਤਖਤਾਂ ਦੇ ਨਾਲ ਜੁੜੇ ਰਹਿਣ ਔਰ ਉੱਥੋਂ ਜਿਹੜੀ ਹੈ ਸਿੱਖ ਰਹਿਤ ਮਰਿਆਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤੀ ਗਈ ਉਸ ਮਰਿਆਦਾ ਦੇ ਨਾਲ ਸਿੱਖ ਸੰਗਤਾਂ ਜੁੜਨ ਔਰ ਸਿੱਖੀ ਧਰਮ ਦੀ ਪਾਲਣਾ ਕਰਨ ਔਰ ਉਹਨਾਂ ਤਖਤਾਂ ਦੇ ਉੱਪਰ ਜਿਹੜੇ ਬਾਕੀ 3 ਤਖਤ ਪੰਜਾਬ ਦੇ ਅੰਦਰ ਬਣੇ ਹਨ ਔਰ ਹਜੂਰ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਔਰ ਪਟਨਾ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੇ ਪ੍ਰਕਾਸ਼ ਧਾਰਨ ਦੇ ਨਾਲ ਸਥਾਨ ਹੈ ਔਰ ਹਜੂਰ ਸਾਹਿਬ ਜਿੱਥੇ ਜੋਤੀ ਜੋ ਸਮਾਏ ਹਨ। ਸੋ ਇਹਨਾਂ ਤਖਤਾਂ ਦੇ ਨਾਲ ਜਿਹੜੀਆਂ ਸੰਗਤਾਂ ਹਨ ਉਹ ਜੁੜੀਆਂ ਹੋਈਆਂ ਹਨ ਔਰ ਉੱਥੋਂ ਦੇ ਵੀ ਜਿਹੜੀ ਹੈ ਸੰਗਤਾਂ ਨੂੰ ਉਹਨਾਂ ਦਾ ਲਾਭ ਪ੍ਰਾਪਤ ਹੁੰਦਾ ਰਿਹਾ ਹੈ। ਬਾਕੀ ਇਹਦੇ ਕੋਈ ਜਿਓਗ੍ਰਾਫੀਕਲ ਜਿਹੜਾ ਸਿਸਟਮ ਹੈ ਉਹ ਕੁਝ ਐਸਾ ਨਜ਼ਰ ਨਹੀਂ ਆ ਰਿਹਾ, ਲੇਕਿਨ ਜਿਹੜੇ ਇਹ ਤਖਤ ਗੁਰੂ ਸਾਹਿਬ ਦੇ ਨਾਲ ਇੰਪੋਰਟੈਂਸ ਦੇ ਨਾਲ ਜਿਹੜੇ ਹਨ ਉਹ ਜੋੜੇ ਗਏ ਹਨ ਕਿ ਜਿਵੇਂ ਅਨੰਦਪੁਰ ਸਾਹਿਬ ਦਾ ਤਖਤ ਜੋ ਹੈ ਉੱਥੇ ਕੇਸਗੜ੍ਹ ਸਾਹਿਬ ਅੰਮ੍ਰਿਤ ਸੰਚਾਰ ਕੀਤਾ ਗਿਆ 30 ਮਾਰਚ 1699 ਨੂੰ। ਤੋਂ ਉੱਥੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਪੰਥ ਨੂੰ ਜਿਹੜੇ ਹਨ ਸੰਦੇਸ਼ ਦਿੱਤੇ ਹਨ। ਅਕਾਲ ਤਖਤ ਸਾਹਿਬ ਤੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸੰਦੇਸ਼ ਦਿੱਤੇ ਹਨ ਔਰ ਇਸ ਤਰ੍ਹਾਂ ਹੀ ਜਿਹੜੇ ਤਖਤ ਹਨ ਪਟਨਾ ਸਾਹਿਬ ਔਰ ਹਜੂਰ ਸਾਹਿਬ ਉੱਥੋਂ ਵੀ ਸੰਗਤਾਂ ਜਿਹੜੀਆਂ ਹਨ ਉਹ ਗੁਰੂ ਮਹਾਰਾਜ ਦੇ ਜਿਹੜੇ ਸੰਦੇਸ਼ ਜਿਹੜੇ ਹਨ, ਜਿਵੇਂ ਹਜੂਰ ਸਾਹਿਬ ਤੋਂ ਬਾਅਦ ਬੰਦਾ ਬਹਾਦਰ ਜੀ ਨੂੰ ਤੋੜਿਆ ਗਿਆ ਔਰ ਉਹਨਾਂ ਦੇ ਨਾਲ 5 ਸਿੰਘ ਔਰ 5 ਸ਼ਸਤਰ ਦਿੱਤੇ ਤੇ ਪੰਜਾਬ ਵਿੱਚ ਉਹਨਾਂ ਨੇ ਆ ਕੇ ਸਿੱਖੀ ਦਾ ਜਿਹੜਾ ਹੈ ਜਿਹੜੇ ਵਿਰੋਧੀ ਸਨ ਉਹਨਾਂ ਦਾ ਖਾਤਮਾ ਕੀਤਾ। ਤੋ ਇਹ ਲੱਗਦਾ ਹੈ ਕਿ ਜਿਵੇਂ ਹਜੂਰ ਸਾਹਿਬ ਵੀ ਹੈ ਔਰ ਪਟਨਾ ਸਾਹਿਬ ਵੀ ਹੈ ਜਿੱਥੇ ਗੁਰੂ ਮਹਾਰਾਜ ਨੇ ਕਾਫੀ ਸਮਾਂ ਬਿਤਾਇਆ, ਤੋ ਉਹਦੇ ਨਾਲ ਜੋੜ ਕਰਕੇ ਤਖਤ ਇਸਟੈਬਲਿਸ਼ ਕੀਤੇ ਗਏ ਹਨ। ਇਹਦੀ ਕੋਈ ਜਿਓਗ੍ਰਾਫੀਕਲ ਜਿਹੜੀ ਹੈ ਉਹ ਜੁਰਿਸਡਿਕਸ਼ਨ ਜਿਹੜੀ ਹੈ ਉਹ ਉਸ ਨੂੰ ਧਿਆਨ ਵਿੱਚ ਰੱਖ ਕੇ ਇਸ ਨੂੰ ਜਿਹੜਾ ਹੈ ਨਹੀਂ ਸਥਾਪਿਤ ਕੀਤਾ ਗਿਆ। ਇੱਥੇ ਤੱਕ ਸਵਾਲ ਹੈ ਕਿ ਬਾਹਰ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਰਹਿੰਦੀਆਂ ਹਨ ਉਹ ਉਹਨਾਂ ਵਾਸਤੇ ਵੀ ਤਖਤਾਂ ਦੀ ਜਿਵੇਂ ਡਿਮਾਂਡ ਹੈ, ਤੋ ਐਸਾ ਜਿਹੜਾ ਹੈ ਕਿਉਂਕਿ ਇੱਥੇ ਜੋ ਪਰਪਸ ਹੈ ਤਖਤਾਂ ਦਾ ਉਹ ਵੀ ਇਹੀ ਹੈ ਕਿ ਸੰਗਤਾਂ ਜੁੜੀਆਂ ਰਹਿਣ। ਤੋ ਬਹੁਤ ਸਾਰੇ ਤਖਤ ਜਿਹੜੇ ਹਨ ਉਹ ਉਹਨਾਂ ਨੂੰ ਇਸਟੈਬਲਿਸ਼ ਕਰਕੇ, ਜਿਵੇਂ ਅੱਜ ਕੱਲ੍ਹ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਕਿ ਕਈ ਜਿਹੜੇ ਸਿੱਖ ਵਿਰੋਧੀ ਜਿਹੜੇ ਅਨਸਰ ਹਨ ਉਹ ਇਹਨਾਂ ਸਥਾਨਾਂ ਦੇ ਉੱਪਰ ਪਹੁੰਚ ਕਰਕੇ ਔਰ ਸਿੱਖੀ ਦੇ ਵਿਰੁੱਧ ਜਿਹੜੇ ਹਨ ਕੰਮ ਕਰ ਰਹੇ ਹਨ।
ਤੋ ਲੋੜ ਇਹ ਹੈ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਸੰਗਤਾਂ ਦਾ ਬਹੁਤ ਇਕੱਠ ਹੋਵੇ ਉੱਥੇ ਅਸੀਂ ਉਹ ਪ੍ਰਚਾਰ ਦੇ ਕੇਂਦਰ ਜਿਹੜੇ ਹਨ ਉਹ ਸਟੈਬਲਿਸ਼ ਕੀਤੇ ਜਾਣ। ਜਿਵੇਂ ਕਿ ਯੋਗੀ ਭਜਨ ਜੀ ਨੇ USA ਦੇ ਅੰਦਰ ਸਿੱਖ ਸੈਂਟਰ ਜਿਹੜਾ ਹੈ ਉਹ ਗੁਰੂ ਰਾਮਦਾਸ ਜੀ ਦੇ ਨਾਂ ਦੇ ਉੱਪਰ ਸਟੈਬਲਿਸ਼ ਕੀਤਾ ਔਰ ਸਿੱਖੀ ਦਾ ਕਾਫੀ ਜਿਹੜਾ ਹੈ ਉਹ ਵਾਧਾ ਹੋਇਆ। ਤੋ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਐਸੋਸੀਏਸ਼ਨਸ ਬਣੀਆਂ ਹੋਈਆਂ ਹਨ, ਜਿਵੇਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਬਣੀ ਹੋਈ ਹੈ। ਤੋ ਉਹਦੇ ਨਾਲ ਵੀ ਸਿੱਖ ਜਿਹੜੇ ਹਨ ਉਹ ਕਾਫੀ ਜੁੜੇ ਹਨ। ਇੰਗਲੈਂਡ ਦੇ ਅੰਦਰ ਸੰਗਤਾਂ ਸਿੱਖ ਸੰਗਤਾਂ ਜੁੜੀਆਂ ਹਨ, ਕੈਨੇਡਾ ਦੇ ਅੰਦਰ ਜੁੜੀਆਂ ਹੋਈਆਂ ਹਨ ਔਰ ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਪਾਈਆਂ ਜਾਂਦੀਆਂ ਨੇ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਹੇਠਾਂ ਆਪਣੇ ਆਪ ਨੂੰ ਜੋੜਿਆ ਹੋਇਆ ਹੈ ਔਰ ਸਿੱਖੀ ਤੋਂ ਲਾਹਾ ਉਠਾ ਰਹੇ ਹਨ ਔਰ ਇੱਕ ਤਾਕਤ ਦੇ ਰੂਪ ਵਿੱਚ ਉਹ ਉਭਰੇ ਹਨ। ਭਾਵੇਂ ਉਸ ਨੂੰ ਅਸੀਂ ਆਸਟ੍ਰੇਲੀਆ ਵੀ ਦੇਖ ਲਈਏ, ਭਾਵੇਂ ਉਸ ਨੂੰ ਇੰਗਲੈਂਡ ਵੀ ਦੇਖ ਲਈਏ, ਭਾਵੇਂ ਉੱਥੇ ਕੈਨੇਡਾ ਵੀ ਦੇਖ ਲਈਏ, ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਉਹਨਾਂ ਨੇ ਕਾਫੀ ਮੱਲਾਂ ਮਾਰੀਆਂ ਹਨ। ਤੋ ਐਸਾ ਨਹੀਂ ਪ੍ਰਤੀਤ ਹੁੰਦਾ ਕਿ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਖਤ ਸਾਹਿਬ ਐਸਟੈਬਲਿਸ਼ ਕਰੀਏ। ਜ਼ਰੂਰੀ ਇਹ ਹੈ ਕਿ ਉੱਥੋਂ ਦੀ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਰਹਿ ਕਰਕੇ, ਹਜ਼ੂਰੀ ਵਿੱਚ ਰਹਿ ਕਰਕੇ ਚੜ੍ਹਦੀ ਕਲਾ ਵਾਸਤੇ ਆਪਣੇ ਕੰਮ ਕਰਨ ਔਰ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਕੇ ਆਪਣਾ ਜੀਵਨ ਸੁਚੱਜਾ ਬਣਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਅਨਲਾਈਕ ਸਮ ਅਦਰ ਫੇਥ ਜੀ, ਗੁਰੂ ਨਾਨਕ ਸਾਹਿਬ ਜੀ ਨੇ ਇਹ ਜਿਹੜਾ ਮਤ ਚਲਾਇਆ ਇਹਦੇ 'ਚ ਕੋਈ ਪ੍ਰਚਾਰਕ ਸ਼੍ਰੇਣੀ ਨਹੀਂ ਹੈ। ਆਪਾਂ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਪ੍ਰਚਾਰਕ ਸ਼੍ਰੇਣੀ ਕੋਈ ਨਹੀਂ ਹੈ। ਅਕਾਲ ਤਖਤ ਜਿਹੜੇ ਤਖਤ ਸਾਹਿਬਾਨ ਨੇ ਉਹਨਾਂ ਵੀ ਜਿਹੜਾ ਜਥੇਦਾਰ ਲਫ਼ਜ਼ ਨਾਲ ਜੋੜਿਆ ਹੈ, ਇਹ ਪਤਾ ਨਹੀਂ ਕਦ ਤੋਂ ਜੁੜਿਆ, ਪਰ ਅਦਰਵਾਈਜ਼ ਕੋਈ ਪ੍ਰਚਾਰਕ ਸ਼੍ਰੇਣੀ ਸਪੈਸ਼ਲ ਜਿਹੜੀ ਹੈ ਕੈਟਾਗਰੀ ਜਿਹੜੀ ਹੈ ਉਹ ਨਹੀਂ ਹੈ। ਹਰ ਸਿੱਖ ਹੀ ਪ੍ਰਚਾਰਕ ਹੈ। ਤੋ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਆਪ ਜਪੈ ਅਵਰਾ ਨਾਮ ਜਪਾਰਾ। ਜਿੱਥੇ ਵੀ ਕੋਈ ਸਿੱਖ ਹੈ ਉਹ ਆਪ ਬਾਣੀ ਨਾਲ ਜੁੜੇ ਔਰ ਬਾਕੀ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਬਾਣੀ ਨਾਲ ਜੋੜੀਏ। ਕਿਸੇ ਤਰੀਕੇ ਵੀ ਕੋਈ ਬੱਚਿਆਂ ਨੂੰ ਗੁਰਮੁਖੀ ਸਿਖਾ ਕੇ ਬਾਣੀ ਨਾਲ ਜੋੜ ਸਕਦਾ ਹੈ, ਕੋਈ ਬਾਣੀ ਦੀ ਸੰਥਿਆ ਕਰ ਸਕਦਾ ਹੈ, ਕੋਈ ਇਤਿਹਾਸ ਦੱਸ ਸਕਦਾ ਹੈ, ਪਰ ਮਤਲਬ ਹੈ ਜਿਸ ਲਾਈਨ 'ਚ ਅਸੀਂ ਹੋ ਸਕੇ ਹਰੇਕ ਸਿੱਖ ਦਾ ਫਰਜ਼ ਬਣਦਾ ਕਿ ਉਹ ਬਾਣੀ ਨਾਲ ਆਪ ਜੁੜੇ ਔਰ ਬਾਕੀਆਂ ਨੂੰ ਬਾਣੀ ਨਾਲ ਜੋੜੇ। ਬਾਕੀ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਕਿ ਸੈਂਟਰਲ ਪੁਆਇੰਟ ਤਾਂ ਅਕਾਲ ਤਖਤ ਸਾਹਿਬ ਹੀ ਹੈ, ਜਿੱਥੋਂ ਹੁਕਮਨਾਮੇ ਜਾਰੀ ਹੁੰਦੇ ਨੇ ਜਾਂ ਜਿੱਥੇ ਸਾਰੇ ਇਕੱਠ ਜਿਹੜੇ ਨੇ ਕੀਤੇ ਜਾਂਦੇ ਨੇ। ਬਾਕੀ ਜਿਹੜੇ ਅੱਜ ਦੀ ਤਰੀਕ ਵੀ ਜਿਹੜੇ ਬਾਕੀ ਤਖਤ ਸਾਹਿਬਾਨ ਨੇ ਉੱਥੋਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਕਿਸੇ ਵੀ ਗੁਰਮਤੇ ਲਈ ਉੱਥੇ ਬੁਲਾਇਆ ਜਾਂਦਾ ਔਰ ਹਰ ਇੱਕ ਜਿਹੜੀ ਸਿਟਿੰਗ ਹੈ ਉਹ ਅਕਾਲ ਤਖਤ ਸਾਹਿਬ ਤੇ ਹੁੰਦੀ ਹੈ, ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਐਸਟੈਬਲਿਸ਼ ਕੀਤਾ ਸੀ। ਸੋ ਇਸ ਕਰਕੇ ਵੀਰ ਜੀ ਨੇ ਬੜਾ ਕਲੀਅਰ ਕਰ ਦਿੱਤਾ ਕਿ ਇਹਦਾ ਕੋਈ ਜਿਓਗ੍ਰਾਫੀਕਲ ਜੂਰਿਸਡਿਕਸ਼ਨ ਨਹੀਂ ਹੈ। ਇਹ ਤਾਂ ਸਾਡੇ ਪ੍ਰਚਾਰ ਸੈਂਟਰ ਨੇ, ਸਮਝੋ ਇਹਨਾਂ ਨੂੰ ਆਪਾਂ ਮੁੱਖ ਸੈਂਟਰ ਕਰ ਸਕਦੇ ਹਾਂ, ਵਰਨਾ ਹਰ ਸਿੱਖ ਹੀ ਜਿਹੜਾ ਉਹ ਸਿੱਖੀ ਦਾ ਪ੍ਰਚਾਰ ਸੈਂਟਰ ਬਣੇਗਾ, ਫਿਰ ਗੱਲ ਬਣਨੀ ਹੈ। ਔਰ ਆਸ ਕਰਦੇ ਹਾਂ ਕਿ ਡਾਕਟਰ ਸਾਹਿਬ ਆਪ ਜੀ ਨੂੰ ਇਹਦਾ ਉੱਤਰ ਔਰ ਬਾਕੀ ਸੰਗਤਾਂ ਨੂੰ ਵੀ ਕਿ ਇਸ ਗੱਲ ਦੀ ਸਪਸ਼ਟ ਹੋ ਜਾਣਾ ਚਾਹੀਦਾ ਹੋ ਗਿਆ ਹੋਏਗਾ ਕਿ ਵਾਕਈ, ਹਾਲਾਂਕਿ ਕਈ ਵਾਰੀ ਇਹੋ ਜਿਹੀਆਂ ਆਵਾਜ਼ਾਂ ਉੱਠਦੀਆਂ ਨੇ ਪਰ ਲੋੜ ਨਹੀਂ ਹੈ। ਵੀਰ ਜੀ ਨੇ ਬੜਾ ਸਪਸ਼ਟ ਦੱਸਤਾ, ਮੈਂ ਰਿਪੀਟ ਨਾ ਕਰਾਂ ਕਿ ਥਾਂ ਥਾਂ ਤੇ ਜਾਂ ਵੱਖ-ਵੱਖ ਏਰੀਆਜ਼ ਵਿੱਚ ਸੋ ਕਾਲਡ ਤਖਤ ਸਥਾਪਿਤ ਕਰਨ ਦੀ ਜ਼ਰੂਰਤ ਨਹੀਂ। ਹਾਂ, ਪ੍ਰਚਾਰ ਸੈਂਟਰ ਜਿੰਨੇ ਵੱਧ ਹੋਣਗੇ ਉਨੀਆਂ ਸਾਡਾ ਆਪਣੀ ਗੁਰਬਾਣੀ ਦੇ ਪ੍ਰਚਾਰ ਵਿੱਚ ਵਾਧਾ ਹੋਏਗਾ। ਤੋ ਧੰਨਵਾਦ ਵੀਰ ਤਜਿੰਦਰ ਸਿੰਘ ਜੀ ਆਪ ਜੀ ਦਾ। ਤੋ ਉਂਝ ਵੀ ਜਿਹੜੇ ਇਹੋ ਜਿਹੇ ਥੋੜੇ ਸੈਂਸਿਟਿਵ ਹੁੰਦੇ ਨੇ ਕੁਐਸਚਨਸ, ਅਸੀਂ ਤਜਿੰਦਰ ਸਿੰਘ ਨੂੰ ਅਪਰੋਚ ਕਰਦੇ ਹਾਂ, ਉਹ ਸਾਡਾ ਮਸਲਾ ਹੱਲ ਕਰਦੇ ਨੇ। ਤੋ ਧੰਨਵਾਦ ਆਪ ਜੀ ਦਾ ਇੱਕ ਵਾਰੀ ਫੇਰ।